Hi everyone, welcome to my channel once again, and in this particular video I will be telling you how to get your ECA done, that is Educational Credential Assessment. ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕੀ ਚੀਜ਼ ਹੈ, but the people who are already into the process of filing their PR to Canada, they must be knowing that. ਜਿਨ੍ਹਾਂ ਨੇ already plan ਬਣਾ ਲਿਆ ਹੈ ਜਾਂ ਜਿਨ੍ਹਾਂ ਨੇ ਸੋਚਿਆ ਹੈ ਕਿ ਅਸੀਂ ਕੈਨੇਡਾ ਦੀ PR ਲਈ ਅਪਲਾਈ ਕਰਨਾ ਹੈ, ਦੇ ਮਸਟ ਬੀ ਵਿਜ਼ਿਟਿੰਗ ਸਮ ਇਮੀਗ੍ਰੇਸ਼ਨ ਕੰਸਲਟੈਂਟਸ ਔਰ ਏਜੰਟਸ, ਤੇ ਉਹਨਾਂ ਨੇ ਤੁਹਾਨੂੰ ਦੱਸਿਆ ਹੋਊਗਾ ਕਿ ਤੁਹਾਨੂੰ ECA ਕਰਵਾਉਣੀ ਪੈਂਦੀ ਹੈ। ਹਾਲਾਂਕਿ ਇੰਡੀਆ ਦੇ ਵਿੱਚ ECA ਨਹੀਂ ਯੂਜ਼ ਕਰਦੇ, ਤੇ ਸਿੰਪਲੀ ਸੇ WES, ਵਿਚ ਇਜ਼ ਵਰਲਡ ਐਜੂਕੇਸ਼ਨ ਸਰਵਿਸਿਜ਼। ਹੁਣ WES ਕੀ ਹੁੰਦੀ ਹੈ? WES ਇੱਕ ਆਰਗੇਨਾਈਜੇਸ਼ਨ ਹੈ, ਪ੍ਰੋਸੈਸ ਨਹੀਂ ਹੈ। ਜਿਹੜਾ ਪ੍ਰੋਸੈਸ ਹੈ ਉਹ ਹੈ ਐਜੂਕੇਸ਼ਨਲ ਕ੍ਰੈਡੈਂਸ਼ੀਅਲ ਅਸੈਸਮੈਂਟ, ਜਿਹੜਾ ਕਿ ਤੁਹਾਨੂੰ ਦੱਸਦਾ ਹੈ ਕਿ ਜਿਹੜੀ ਤੁਸੀਂ ਪੜ੍ਹਾਈ ਕੀਤੀ ਹੈ ਇੰਡੀਆ ਦੇ ਵਿੱਚ, ਉਹਦੀ ਕੈਨੇਡਾ ਦੇ ਵਿੱਚ ਕੀ ਵੈਲਿਊ ਹੈ। ਫੋਰ ਇੰਸਟੈਂਸ ਇਫ ਯੂ ਹੈਵ ਡਨ ਲੈਟਸ ਸੇ ਮਾਸਟਰਸ ਇਨ ਇੰਡੀਆ, ਤੇ ਕੈਨੇਡਾ ਦੇ ਵਿੱਚ ਉਹਦੀ ਕੀ ਵੈਲਿਊ ਹੈ, ਰਾਈਟ। ਹੁਣ ਵਾਈ ਐਮ ਆਈ ਮੇਕਿੰਗ ਅ ਵੀਡੀਓ ਔਨ ਦਿਸ? ਕਿਉਂਕਿ ਫਸਟ ਹੈਂਡ ਇਨਫੋਰਮੇਸ਼ਨ ਮੈਂ ਤੁਹਾਨੂੰ ਦੇ ਸਕਦੀ ਹਾਂ, ਮੈਂ ਆਪਣੀ ਵੀ ਖੁਦ ਕਰਵਾਈ ਹੈ, ਆਪਣੇ ਫਰੈਂਡਸ ਨੂੰ ਵੀ ਬਹੁਤ ਹੈਲਪ ਕੀਤੀ ਹੈ, ਤੇ ਪਰਸੋਂ ਹੀ ਮੈਨੂੰ ਕਿਸੇ ਦਾ ਮੈਸੇਜ ਆਇਆ ਸੀ ਇਹਦੇ ਰਿਗਾਰਡਿੰਗ, ਐਂਡ ਆਈ ਥੋਟ ਵਾਈ ਨਾਟ ਮੇਕ ਅ ਵੀਡੀਓ ਔਨ ਇਟ, ਕਿਉਂਕਿ ਕਾਫੀ ਲੋਕਾਂ ਨੂੰ ਹਜੇ ਵੀ ਨਹੀਂ ਪਤਾ, ਐਂਡ ਦੇ ਆਰ ਪੇਇੰਗ ਹੈਫਟੀ ਅਮਾਊਂਟ ਆਫ ਮਨੀ ਟੂ ਦੀ ਏਜੰਟਸ, ਕਿਉਂਕਿ 22-23 ਹਜ਼ਾਰ ਦਾ ਖੁਦ ਦਾ ਪ੍ਰੋਸੈਸ ਹੁੰਦਾ ਹੈ, ਐਂਡ ਯੂ ਨੋ ਏਜੰਟਸ ਆਲਸੋ ਟੈਲ ਯੂ ਕਿ 2-3 ਹਜ਼ਾਰ ਸਾਡੀ ਫੀਸ ਹੈ ਜਾਂ 5 ਹਜ਼ਾਰ ਸਾਡੀ ਫੀਸ ਹੈ, ਰਾਈਟ। ਸੋ ਲੈਟ ਮੀ ਟੈਲ ਯੂ ਕਿ ਐਜੂਕੇਸ਼ਨਲ ਕ੍ਰੈਡੈਂਸ਼ੀਅਲ ਅਸੈਸਮੈਂਟ, ਨੋ ਡਾਊਟ ਇਹਦੇ ਵਿੱਚ ਤੁਸੀਂ WES ਤੇ ਜਾਂ ਹੋਰ ਵੀ ਕਿਸੇ ਵੀ ਆਰਗੇਨਾਈਜੇਸ਼ਨ ਤੇ ਅਕਾਊਂਟ ਬਣਾਉਣਾ ਹੁੰਦਾ, ਬਟ ਐਕਚੁਅਲ ਪ੍ਰੋਸੈਸ ਹੈ ਜਿਹੜਾ ਉਹ ਤੁਹਾਡੇ ਤੋਂ ਬਿਨਾਂ ਕੋਈ ਵੀ ਨਹੀਂ ਕਰ ਸਕਦਾ, ਕਿਉਂਕਿ ਓਬਵੀਅਸਲੀ ਜਿਹੜੀ ਤੁਹਾਡੀ ਯੂਨੀਵਰਸਿਟੀ ਹੈ ਇੰਡੀਆ ਦੀ, ਉਹ ਤੁਹਾਡੇ ਡਾਕੂਮੈਂਟਸ ਹੋਰ ਕਿਸੇ ਨੂੰ ਵੀ ਨਹੀਂ ਦੇਗੀ ਤੁਹਾਡੇ ਤੋਂ ਇਲਾਵਾ, ਰਾਈਟ। ਸੋ ਆਈ ਪੇ ਮਨੀ ਟੂ ਅਦਰਸ, ਬਟ even if you feel ਕਿ ਮੈਨੂੰ ਤਾਂ ਹੋਣਾ ਹੀ ਨਹੀਂ, ਮੇਰੇ ਤੋਂ ਤਾਂ ਹੋਣਾ ਹੀ ਨਹੀਂ ਇਹ, obviously you can always take help from professionals ਉਹਨਾਂ ਨੂੰ pay ਕਰਕੇ, but at least know the process ਤਾਂ ਕਿ ਕੋਈ ਵੀ ਗਲਤੀ ਦੀ ਗੁੰਜਾਇਸ਼ ਨਾ ਰਹੇ, right? So this is the motive of this particular video. Now this is the official site of Canadian Immigration and Refugee Citizenship Services, right? ਤੇ ਇੱਥੇ ਅਗਰ ਤੁਸੀਂ ਖੋਲੋਗੇ ਤੁਹਾਨੂੰ ਸਾਰਾ ਸਮਝਾਉਂਦਾ ਹੈ ਕਿ ਐਜੂਕੇਸ਼ਨਲ ਕ੍ਰੈਡੈਂਸ਼ੀਅਲ ਅਸੈਸਮੈਂਟ ਅਗਰ ਤੁਸੀਂ PR ਦੇ ਲਈ ਕਰਵਾਉਣੀ ਹੈ ਤਾਂ ਉਹ ਹੈ ਕੀ ਹੈ, ਕੌਣ ਕਰਵਾ ਸਕਦਾ ਹੈ, ਕਿਵੇਂ ਕਰਵਾ ਸਕਦੇ ਹੋ, ਰਿਪੋਰਟ ਦਾ ਕੀ ਮਤਲਬ ਹੁੰਦਾ ਹੈ, ਤੇ ਉਹ ਕਿਵੇਂ ਸਬਮਿਟ ਕਰਾਉਣੀ ਹੈ, ਰਾਈਟ। ਐਂਡ ਆਈ ਵਿਲ ਟੈਲ ਈਚ ਵਨ ਆਫ ਯੂ, ਸੋ ਡੋਂਟ ਵਰੀ ਕਿ ਬਹੁਤ ਜ਼ਿਆਦਾ ਪੇਜਸ ਹੈ, ਕਿਵੇਂ ਸਮਝਾਂਗੇ, ਮੋਟਾ ਮੋਟਾ ਮੈਂ ਤੁਹਾਨੂੰ ਦੱਸ ਦੂੰਗੀ, ਰੈਸਟ ਯੂ ਕੈਨ ਆਲਸੋ ਸਰਚ। ਅਗਰ ਕੁਝ ਵੀ ਨਹੀਂ ਸਮਝ ਆਉਂਦਾ, ਯੂ ਕੈਨ ਆਲਵੇਜ਼ ਕਮੈਂਟ ਡਾਊਨ ਇਨ ਸੈਕਸ਼ਨ ਬਿਲੋ। ਤੁਹਾਨੂੰ ਅਗਰ ਲੱਗਦਾ ਹੈ ਕਿ ਤੁਹਾਡੇ ਜਾਣ ਪਛਾਣ ਦੇ ਲੋਕ ਵੀ WES ਕਰਵਾਉਣਾ ਚਾਹੁੰਦੇ ਹੈ ਜਾਂ PR ਲਈ ਅਪਲਾਈ ਕਰ ਰਹੇ ਹੈ ਜਾਂ ਵੈਸੇ ਕੈਨੇਡਾ ਇਮੀਗ੍ਰੇਟ ਕਰਨਾ ਚਾਹੁੰਦੇ ਹੈ, ਤਾਂ ਪਲੀਜ਼ ਸ਼ੇਅਰ ਦਿਸ ਵੀਡੀਓ। I'll be posting other videos as well ਜਿਹੜੀ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਵਿੱਚ ਹੈਲਪ ਕਰਨਗੀਆਂ। Share this video and I hope I will be of some benefit to them. ਤੇ ਹੁਣ ਦੇਖਦੇ ਹਾਂ। ਹੁਣ ਸਭ ਤੋਂ ਪਹਿਲਾਂ ਜਿਵੇਂ ਕਿ ਮੈਂ ਕਹਿ ਰਹੀ ਸੀ ਕਿ WES ਹੈ ਜਿਹੜਾ ਉਹ ਪ੍ਰੋਸੈਸ ਨਹੀਂ ਹੈ, WES itself is an organization ਜਿਹੜੀ ਕਰਵਾਉਂਦੀ ਹੈ ਤੁਹਾਡੀ ਡਿਗਰੀਜ਼ ਨੂੰ, ਜਿਹੜੀ ਇਕੁਇਵਲੈਂਟ ਦੱਸਦੀ ਹੈ, ਰਾਈਟ। ਫॉर ਐਗਜ਼ਾਮਪਲ ਆਈ ਐਮ ਐਨ MPhil ਇਨ ਇੰਗਲਿਸ਼, ਤੇ MPhil ਹੈ ਜਿਹੜੀ ਉਹ no doubt ਇੰਡੀਆ ਦੇ ਵਿੱਚ ਵੀ ਮਾਸਟਰਸ ਹੈ, ਬਟ we can do MPhil only after doing a master degree, right? ਬਟ ਇੱਥੇ ਹੈ ਜਿਹੜਾ ਇਹਨਾਂ ਨੇ ਮੇਰੀ MA ਨੂੰ ਪੋਸਟ ਗ੍ਰੈਜੂਏਟ ਡਿਪਲੋਮਾ ਕਾਊਂਟ ਕੀਤਾ ਸੀ, and my MPhil was counted as a master's degree. That's how I got all the points for getting PR to Canada, right? So this is the first step. Obviously you need language requirement, ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ PR ਹੋਣ ਦੇ ਲਈ ਕਿ ਤੁਹਾਨੂੰ ਕਿਹੜੀਆਂ ਜ਼ਰੂਰਤਾਂ ਨੇ, ਰਾਈਟ। ਬਟ ਫਸਟ ਚੀਜ਼ ਹੁੰਦੀ ਹੈ ਕਿ ਤੁਹਾਨੂੰ ਐਜੂਕੇਸ਼ਨ ਦੇ ਪੁਆਇੰਟ ਹੁੰਦੇ ਆ, ਐਕਸਪੀਰੀਅੰਸ ਦੇ ਪੁਆਇੰਟ ਹੁੰਦੇ ਆ, ਲੈਂਗੁਏਜ ਦੇ ਪੁਆਇੰਟ ਹੁੰਦੇ ਆ, ਇਫ ਯੂ ਨੋ ਇੰਗਲਿਸ਼ ਐਂਡ ਫ੍ਰੈਂਚ, ਰਾਈਟ। ਤੇ ਇਹ ਜਿਹੜਾ ਪ੍ਰੋਸੈਸ ਹੈ ਸਭ ਤੋਂ ਜ਼ਿਆਦਾ ਟਾਈਮ ਲੈਂਦਾ ਹੈ। ਆਈ ਥਿੰਕ 2-3 ਮਹੀਨੇ ਕਿਤੇ ਵੀ ਨਹੀਂ ਜਾਂਦੇ ਤੁਹਾਡੇ, ਰਾਈਟ। ਤੋ 2-3 ਮਹੀਨੇ ਮਤਲਬ ਮੈਂ ਜ਼ਿਆਦਾ ਕਹਿ ਰਹੀ ਹਾਂ, ਬਟ ਲੱਗ ਜਾਂਦਾ, ਰਾਈਟ। ਮਹੀਨਾ ਤਾਂ ਲਗਾ ਕੇ ਹੀ ਚੱਲੋ। ਤਾਂ ਹੁਣ ਸੋਚੋ ਡਰॉज ਵੀ ਘਟ ਰਹੇ ਹੈ, ਤੁਹਾਡੀ ਆਇਲਟਸ ਦਾ ਸਕੋਰ ਵੀ ਆ ਗਿਆ, ਐਕਸਪੀਰੀਅੰਸ ਵੀ ਤੁਹਾਡੇ ਕੋਲ ਹੈ, ਬਟ ਇਹੀ ਨਹੀਂ ਹੈ, ਤੇ ਇਹਦੇ ਕਰਕੇ ਤੁਸੀਂ ਰੁਕੇ ਹੋਏ ਹੋ, ਰਾਈਟ। ਸੋ ਦੇयर इज नो ਹਾਰਮ ਇਨ ਡੂਇੰਗ ਇਟ ਇਨ ਐਡਵਾਂਸ ਅਗਰ ਤੁਸੀਂ ਆਣਾ ਹੀ ਚਾਹੁੰਦੇ ਹੋ, ਕਿਉਂਕਿ ਇਹ 5 ਸਾਲ ਦਾ ਪ੍ਰੋਸੈਸ ਹੈ, 5 ਸਾਲ ਇਹਦੀ ਵੈਲਿਡਿਟੀ ਹੈ, ਰਾਈਟ। ਜਿਵੇਂ ਆਇਲਟਸ ਦੇ ਟੈਸਟ ਦੀ 2 ਸਾਲ ਵੈਲਿਡਿਟੀ ਹੁੰਦੀ ਹੈ, ਹੁਣ ਇਹਨੂੰ ਅਗਰ ਤੁਸੀਂ ਇੱਕ ਵਾਰੀ ਐਜੂਕੇਸ਼ਨ ਕ੍ਰੈਡੈਂਸ਼ੀਅਲ ਅਸੈਸਮੈਂਟ ਕਰਾ ਲੈਂਦੇ ਹੋ ਤਾਂ ਇਹ 5 ਸਾਲ ਤੱਕ ਵੈਲਿਡ ਰਹਿੰਦਾ। ਇਹਦੇ ਵਿੱਚ ਕੋਈ ਹਾਰਮ ਨਹੀਂ ਹੈ ਅਗਰ ਤੁਸੀਂ ਦੁਬਾਰਾ ਵੀ ਮਤਲਬ ਇੱਕ ਵਾਰੀ ਕਰਵਾ ਲਓਗੇ, ਰਾਈਟ। ਸੋ ਇਟ ਵਿਲ ਸੇਵ ਯੋਰ ਟਾਈਮ ਰਾਦਰ, ਓਕੇ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਹੋਰ ਕਿਹੜੀਆਂ ਡੈਜ਼ਿਗਨੇਟਡ ਆਰਗੇਨਾਈਜੇਸ਼ਨਸ ਹੈ। ਹੁਣ ਡੈਜ਼ਿਗਨੇਟਡ ਪ੍ਰੋਫੈਸ਼ਨਲ ਬੋਡੀਜ਼ ਵੀ ਹੁੰਦੀਆਂ ਨੇ, ਇਹ ਹੁੰਦੀਆਂ ਨੇ ਫਿਜ਼ੀਸ਼ੀਅਨਸ ਜਿਹੜੇ ਡਾਕਟਰਸ ਹੈ ਜਾਂ ਜਿਹੜੇ ਫਾਰਮਾਸਿਸਟ ਹੈ, ਉਹਨਾਂ ਦਾ ਪ੍ਰੋਸੈਸ ਅਲੱਗ ਹੈ, ਉਹਨਾਂ ਦੀਆਂ ਅਲੱਗ ਹੈ। ਬਟ ਇੱਥੇ ਆਪਾਂ ਜਨਰਲੀ ਇਸ ਵੀਡੀਓ ਵਿੱਚ ਜਨਰਲ ਗੱਲ ਕਰਾਂਗੇ ਕਿ ਅਗਰ ਤੁਸੀਂ ਕ੍ਰੈਡੈਂਸ਼ੀਅਲ ਅਸੈਸਮੈਂਟ ਕਰਾਉਣੀ ਹੈ ਤਾਂ ਕਿਹੜੀਆਂ ਆਰਗੇਨਾਈਜੇਸ਼ਨਸ ਤੋਂ ਕਰਾ ਸਕਦੇ ਹੋ। 5 ਆਰਗੇਨਾਈਜੇਸ਼ਨਸ ਹੈ ਜਿਹੜੀਆਂ ਬਹੁਤ ਫੇਮਸ ਹੈ। ਬਹੁਤ ਫੇਮਸ ਤਾਂ ਖੈਰ 2 ਹੀ ਹੈ, IQAS and WES in India, right?
ਤੇ ਬਾਕੀ ਵੀ ਕਰਵਾਉਂਦੀਆਂ ਨੇ, ਜਿਵੇਂ ਯੂਨੀਵਰਸਿਟੀ ਆਫ ਟੋਰਾਂਟੋ ਵੀ ਕਰਵਾਉਂਦੇ ਆ CES, ਦੈਨ ICAS ਹੈ, ਦੈਨ IQAS ਹੈ, ਵੈਸਟ ਐਜੂਕੇਸ਼ਨ ਸਰਵਿਸ, ਵਰਲਡ ਐਜੂਕੇਸ਼ਨ ਸਰਵਿਸ ਵੀ ਹੈਗੀ ਹੈ ਵੈਸਟ ਜਿਹੜੀ, ਰਾਈਟ। ਹੁਣ ਆਪਾਂ ਅੱਜ ਗੱਲਬਾਤ ਕਰਾਂਗੇ ਵੈਸਟ ਦੀ, ਕਿ ਅਗਰ ਤੁਸੀਂ ਵੈਸਟ ਦੇ ਥਰੂ ਕਰਵਾ ਰਹੇ ਹੋ ਤਾਂ ਕੀ ਪ੍ਰੋਸੀਜਰ ਹੈ ਉਹਦਾ। ਸਭ ਤੋਂ ਪਹਿਲਾਂ ਆਪਾਂ ਵੈਸਟ ਦੇ ਵਿੱਚ ਅਕਾਊਂਟ ਬਣਵਾਉਣਾ ਹੁੰਦਾ ਹੈ। ਦ ਮੂਮੈਂਟ ਯੂ ਪੇ ਦ ਮਨੀ, ਉਸ ਤੋਂ ਬਾਅਦ ਤੁਹਾਨੂੰ ਇੱਕ ਰੈਫਰੈਂਸ ਨੰਬਰ ਮਿਲ ਜਾਂਦਾ ਹੈ, ਐਂਡ ਵੈਨ ਯੂ ਗੈਟ ਦ ਰੈਫਰੈਂਸ ਨੰਬਰ, ਇੱਕ ਵਾਰ ਜਦੋਂ ਤੁਸੀਂ ਅਕਾਊਂਟ ਬਣਾਇਆ ਯੂ ਵਿਲ ਗੈਟ ਯੋਰ ਰੈਫਰੈਂਸ ਨੰਬਰ, ਤੇ ਜਦੋਂ ਤੁਹਾਡੇ ਕੋਲ ਰੈਫਰੈਂਸ ਨੰਬਰ ਆ ਜਾਂਦਾ ਹੈ ਵੈਸਟ ਦਾ, ਉਸ ਤੋਂ ਬਾਅਦ ਤੁਸੀਂ ਉਹੀ ਰੈਫਰੈਂਸ ਨੰਬਰ ਯੂਜ਼ ਕਰਨਾ ਹੈ ਆਪਣੇ ਡਾਕੂਮੈਂਟਸ ਦੇ ਉੱਤੇ, ਫੋਟੋ ਕਾਪੀਜ਼ ਦੇ ਉੱਤੇ। ਜਦੋਂ ਤੁਸੀਂ ਆਪਣੀ ਯੂਨੀਵਰਸਿਟੀ ਜਾਂ ਕਾਲਜ ਕੋਲ ਜਾਣਾ ਹੈ ਤੇ ਉਹਨਾਂ ਨੂੰ ਕਹਿਣਾ ਹੈ ਕਿ ਸਾਨੂੰ ਟ੍ਰਾਂਸਕ੍ਰਿਪਟਸ ਚਾਹੀਦੀਆਂ, ਤੇ ਵੈਸਟ ਡਾਇਰੈਕਟਲੀ ਤੁਹਾਡੇ ਤੋਂ ਕਦੇ ਵੀ ਨਹੀਂ ਲੈਂਦਾ ਡਾਕੂਮੈਂਟਸ, ਤੁਹਾਨੂੰ ਯੂਨੀਵਰਸਿਟੀ ਕੋਲ ਜਾਣਾ ਪੈਂਦਾ, ਯੂਨੀਵਰਸਿਟੀ ਸਟੈਂਪ ਕਰਕੇ ਉਹ ਡਾਕੂਮੈਂਟਸ ਕੁਰੀਅਰ ਕਰਵਾਉਂਦੀ ਹੈ ਵੈਸਟ ਦੇ ਕੋਲੇ ਜਾਂ ਹੋਰ ਕਿਸੇ ਵੀ ਏਜੰਸੀ, ਰਾਈਟ। ਆਪਾਂ ਪਹਿਲਾਂ ਦੇਖਦੇ ਹਾਂ ਕਿ ਵੈਸਟ ਦੇ ਵਿੱਚ ਅਕਾਊਂਟ ਕਿਵੇਂ ਬਣਾਉਣਾ ਹੈ, ਉਸ ਤੋਂ ਬਾਅਦ ਮੈਂ ਤੁਹਾਨੂੰ ਡੀਟੇਲ ਇੱਕ ਦੋ ਫੇਮਸ ਯੂਨੀਵਰਸਿਟੀਜ਼ ਹੈ ਜਾਂ ਕਾਲਜਿਸ ਹੈ ਜਿੱਥੋਂ ਲੋਕ ਕਰਵਾਉਂਦੇ ਆ ਇੰਡੀਆ ਦੇ ਵਿੱਚ, ਉਹ ਦੱਸ ਦਾਂਗੀ। ਲਗਭਗ ਸਾਰੀ ਯੂਨੀਵਰਸਿਟੀ ਦਾ ਪ੍ਰੋਸੈਸ ਸੇਮ ਹੈ, ਉਹਨਾਂ ਦੇ ਆਪਣੇ ਚਾਰजेस ਹੁੰਦੇ ਆ, ਇਹਨਾਂ ਦੇ ਆਪਣੇ ਚਾਰजेस ਹਨ, ਰਾਈਟ। ਸੋ ਲੈਟਸ ਲੁੱਕ ਐਟ ਇਟ। ਹੁਣ ਜਦੋਂ ਤੁਸੀਂ WES ਕੈਨੇਡਾ ਸਰਚ ਕਰੋਗੇ you will ਤੇ ਆਏਗਾ, and then you will open this site, right। ਇਹ ਸਾਈਟ ਖੁੱਲ ਜਾਏਗੀ। ਉਸ ਤੋਂ ਬਾਅਦ ਨਿਊ ਐਪਲੀਕੈਂਟ ਤੋਂ ਆਬਵੀਅਸਲੀ ਤੁਸੀਂ ਨਹੀਂ ਕੀਤਾ ਤਾਂ ਆਪਾਂ ਗੈਟ ਸਟਾਰਟਡ ਕਰਾਂਗੇ, ਰਾਈਟ। ਇਹ ਸਾਰਾ ਸਟੈਪ ਵਾਈਜ਼ ਤੁਹਾਨੂੰ ਇਹਨਾਂ ਨੇ ਸਮਝਾਇਆ ਹੋਇਆ, ਡਾਕੂਮੈਂਟ ਰਿਕੁਆਇਰਮੈਂਟ ਕੀ ਹੋ ਸਕਦੀ ਹੈ, ਕ੍ਰੈਡੈਂਸ਼ੀਅਲਸ ਕਿਵੇਂ ਅਪਲਾਈ ਹੁੰਦੇ, ਰਾਈਟ। ਫਿਰ ਜਦੋਂ ਤੁਸੀਂ ਅਪਲਾਈ ਨਿਊ ਦੇ ਵਿੱਚ ਜਾਓਗੇ, ਲੈਟਸ ਸੀ ਇਹ ਸਾਰੀ ਲਾਈਵ ਅਪਡੇਟਸ ਹੈ, ਇਹਦੇ ਵਿੱਚ ਅਗਰ ਕੁਝ ਹੁੰਦਾ ਹੈ ਕਪਲਾ ਤਾਂ ਆਪਾਂ ਦੇਖਾਂਗੇ ਨਾਲ ਨਾਲ ਹੀ ਕਿ ਕੀ ਪ੍ਰੋਬਲਮਸ ਆਉਂਦੀਆਂ ਨੇ ਵੈਸਟ ਅਪਲਾਈ ਕਰਨ ਦੇ ਟਾਈਮ, ਰਾਈਟ। ਹੁਣ ਦੇਖੋ, ਵੇਅਰ ਵਿਲ ਯੂ ਯੂਜ਼ ਯੋਰ ਇਵੈਲੂਏਸ਼ਨ, ਕੈਨੇਡਾ ਜਾਂ US। ਕੈਨੇਡਾ ਆ ਰਹੇ ਹੋ ਤਾਂ ਕੈਨੇਡਾ। ਇੰਟਰਨੈਟ ਇਜ਼ ਟੇਕਿੰਗ ਟਾਈਮ ਆਈ ਬਲੀਵ ਖੁੱਲ੍ਹਣ ਦੇ ਵਿੱਚ। ਕਿਉਂਕਿ ਮੈਨੂੰ ਬਹੁਤ ਲੋਕ ਪੁੱਛ ਰਹੇ ਸੀ ਇਹ ਕੁਐਸਚਨ, ਸੋ ਆਈ ਥੌਟ ਵਾਈ ਨਾਟ ਮੇਕ ਅ ਵੀਡੀਓ ਔਨ ਇਟ। ਥੋੜੇ ਦਿਨ ਪਹਿਲਾਂ ਹੀ ਮੈਨੂੰ ਕਿਸੇ ਨੇ ਪੁੱਛਿਆ ਸੀ, ਰਾਈਟ। ਹੁਣ ਜਦੋਂ ਤੁਸੀਂ ਓਕੇ ਕਰ ਦਿੰਦੇ ਹੋ ਕੈਨੇਡਾ ਦੇ ਉੱਪਰ, ਦੈਨ ਦੇयर ਆਰ 3 ਆਪਸ਼ਨਸ ਫॉर ਯੂ। ਅਗਰ ਤੁਹਾਨੂੰ ਕੋਈ ਕੁਐਸਚਨ ਹੈ ਤੁਸੀਂ ਇੱਥੇ ਵੀ ਹਮੇਸ਼ਾ ਉਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੋ, ਰਾਈਟ। ਨਾਓ ਸਟੈਂਡਰਡ ਐਪਲੀਕੇਸ਼ਨ ਕਰਵਾਉਣੀ ਹੈ, ਜਿਵੇਂ ਮੰਨ ਲਓ ਕਈ ਯੂਨੀਵਰਸਿਟੀਜ਼ ਹੈ ਜਿਹੜੀ ਅਗਰ ਤੁਸੀਂ ਸਟੱਡੀ ਪਰਮਿਟ ਲਈ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵੀ ਉਹ ਤੁਹਾਡੇ ਤੋਂ ਵੈਸਟ ਡਿਮਾਂਡ ਕਰਦੇ ਆ, ਰਾਈਟ। ਅਕੈਡਮਿਕ ਅਸੈਸਮੈਂਟ ਮੰਗਦੇ ਆ, ਰਾਈਟ। ਤਾਂ ਤੁਸੀਂ ਇੱਥੇ ਅਪਲਾਈ ਕਰੋਗੇ। ਅਗਰ ਤੁਸੀਂ PR ਪਰਪਸਿਸ ਲਈ ਆ ਰਹੇ ਹੋ ਤਾਂ ਤੁਸੀਂ ECA ਐਪਲੀਕੇਸ਼ਨ ਫॉर IRCC ਚੂਜ਼ ਕਰੋਗੇ। ਇੱਕ ਨਵਾਂ ਪਾਇਲਟ ਪ੍ਰੋਗਰਾਮ ਆਇਆ ਐਗਰੀ ਫੂਡ ਦਾ, ਅਗਰ ਤੁਸੀਂ ਉਹਦੇ ਅੰਡਰ ਆ ਰਹੇ ਹੋ ਤਾਂ ਉਹ ਵਾਲੀ ਐਪਲੀਕੇਸ਼ਨ ਸ਼ੁਰੂ ਹੋਗੀ। ਹੁਣ ਆਬਵੀਅਸਲੀ ਕਿਉਂਕਿ ਇਹ ਵੀਡੀਓ ਉਹਨਾਂ ਲਈ ਹੈ ਜਿਹੜੇ PR ਲਈ ਅਪਲਾਈ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਐਜੂਕੇਸ਼ਨਲ ਅਸੈਸਮੈਂਟ ਕਰਵਾਉਣ ਦੀ ਜ਼ਰੂਰਤ ਹੈ, ਸੋ ਆਈ ਵਿਲ ਚੂਜ਼ ਦਿਸ ਵਨ, ECA ਐਪਲੀਕੇਸ਼ਨ ਫॉर IRCC। Now ECA ਐਪਲੀਕੇਸ਼ਨ ਫॉर IRCC ਦੇ ਵਿੱਚ ਕਿਉਂਕਿ ਤੁਸੀਂ ਨਵੇਂ ਹੋ, ਕ੍ਰੀਏਟ ਅਕਾਊਂਟ ਦੀ ਆਪਸ਼ਨ ਆ ਰਹੀ ਹੈ ਤਾਂ ਤੁਸੀਂ ਇੱਥੇ ਆਪਣੀ ਡਿਟੇਲਸ ਭਰੋਗੇ। ਸੋ ਮੇਰੀ ਡਿਟੇਲਸ ਤੇ ਪਹਿਲਾਂ ਹੈ, ਬਟ ਆਈ ਵਿਲ ਨਾਟ ਯੂਜ਼ ਦਿਸ ਵਨ ਕਿਉਂਕਿ ਮੇਰੀ ID ਬਣੀ ਹੋਈ ਹੈ ਤਾਂ ਕੋਈ ਫਾਇਦਾ ਨਹੀਂ ਹੋਏਗਾ। ਸੋ ਆਈ ਯੂਜ਼ ਅ ਨਿਊ ਨੇਮ, ਲੈਟਸ ਸੇ XYZ and then ABC. Okay, then I can use anything, just a random year and a date. Okay, reference number obviously नहीं होएगा ਤੁਹਾਡੇ ਕੋਲ ਕਿਉਂਕਿ ਨਵਾਂ ਅਕਾਊਂਟ ਹੈ, ਪਹਿਲੀ ਵਾਰ ਬਣਾ ਰਹੇ ਹੋ। then you need to have an email ID, so obviously ਐਵੇਂ ਵੈਸੇ ਤਾਂ ਨਹੀਂ ਹੋਏਗਾ but ਤੁਹਾਨੂੰ ਆਪਣਾ ਹੀ ਡਿਟੇਲਸ ਯੂਜ਼ ਕਰਨੀ ਹੈ, this is for example purpose only। BBC said gmail.com, ਪਾਸਵਰਡ ਸੈੱਟ ਕਰ ਸਕਦੇ ਹੋ ਤੁਸੀਂ ਕੋਈ ਵੀ ਆਪਣੀ ਮਰਜ਼ੀ ਦਾ। ਮੇਕ ਸ਼ੋਰ ਇਟਸ ਸਟਰੋਂਗ। ਰਿਕੁਆਇਰਮੈਂਟਸ ਦਿੱਤੀਆਂ ਹੋਈਆਂ ਨੇ ਕਿ ਕੀ ਕੁਝ ਹੋਣਾ ਚਾਹੀਦਾ ਇਹਨਾਂ ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਸਿਕਿਉਰਿਟੀ ਕੁਐਸਚਨ ਸਿਲੈਕਟ ਕਰੋਗੇ ਆਬਵੀਅਸਲੀ। ਸਬਸਕ੍ਰਾਈਬ ਅਗਰ ਕਰਨਾ ਚਾਹੁੰਦੇ ਹੋ, ਤੁਹਾਨੂੰ ਈਮੇਲਸ ਆਉਣਗੀਆਂ ਪ੍ਰਮੋਸ਼ਨਸ ਦੀਆਂ ਐਂਡ ਆਲ, ਯੂ ਕੈਨ ਟੇਕ ਇਟ। ਨਹੀਂ ਕਰਨੀ ਤਾਂ ਨਾ। ਉਸ ਤੋਂ ਬਾਅਦ ਆਪਾਂ ਕ੍ਰੀਏਟਿੰਗ ਐਨ ID ਤੇ ਜਾਵਾਂਗੇ। Oh, email address is already in use. Maybe ਕਿਸੇ ਨੇ ਪਹਿਲਾਂ ਵੀ ਇਹ ਟਰਾਈ ਕੀਤਾ ਹੋਇਆ। ZX ਕਰਕੇ ਵੇਖਦੇ ਹਾਂ ਚਲੋ। But how come is this the same address? Let's see.
Oh no, A नहीं होगा, right? ਹੁਣ देखो X by Z, A B C, female or male, then country कोई भी, let's say India, मेरा देश महान, then we will write the street PO box number. ਓਕੇ, ਮੇਲਿੰਗ ਐਡਰੈਸ। ਹੁਣ ਮੇਲਿੰਗ ਐਡਰੈਸ ਦੇ ਵਿੱਚ ਤੁਸੀਂ ਉਹ ਚੂਜ਼ ਕਰਨਾ ਵੀ ਜਿੱਥੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਡਾਕੂਮੈਂਟਸ ਆਣ, ਰਾਈਟ? ਤਾਂ ਕੋਈ ਵੀ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ। ਆਈ ਡੋਂਟ ਨੋ ਕਿਹੜੀ ਸਿਟੀ ਦਾ ਕੋਡ ਹੈ, ਬਟ ਮੈਂ ਵੀ ਚੂਜ਼ ਕਰਤਾ, ਰਾਈਟ? ਸੋ ਐਨੀਥਿੰਗ, ਟੈਲੀਫੋਨ, ਅਦਰ, ਅਗਰ ਤੁਸੀਂ ਇੰਡੀਆ ਦਾ ਲੈਣੇ ਹੋ ਤਾਂ ਆਫ ਕੋਰਸ 91 ਐਂਡ ਯੂ ਕੈਨ ਰਾਈਟ, is it 10? I believe so. Okay, ਉਸ ਤੋਂ ਬਾਅਦ this of course, then next। ਹੁਣ ਇਹਦੇ ਵਿੱਚ ਕੀ ਆਂਦਾ, what credentials have you earned? ਹੁਣ ਜਦੋਂ ਇਹ ਪੇਜ ਖੁੱਲੇਗਾ you need to answer them ਕਿ ਤੁਸੀਂ ਕਿਹੜੀ ਡਿਗਰੀ ਦੇ ਲਈ ਜਿਹੜੀ ਐਜੂਕੇਸ਼ਨ ਅਸੈਸਮੈਂਟ ਹੈ ਉਹ ਕਰਵਾਉਣਾ ਚਾਹੁੰਦੇ ਹੋ। ਫॉर एग्जांपल have you done masters, bachelors, right? ਹੁਣ ਕਈ ਲੋਕ ਹੁੰਦੇ ਆ 10th ਤੋਂ ਬਾਅਦ ਜਿਹੜੇ ਡਿਪਲੋਮਾ ਕਰਦੇ, ਰਾਈਟ? ਉਹ 3 ਸਾਲ ਦਾ ਡਿਪਲੋਮਾ ਹੁੰਦਾ, ਤਾਂ ਉਹਦੇ ਵਿੱਚ ਤੁਹਾਨੂੰ 10th ਦੇ ਸਰਟੀਫਿਕੇਟ ਕਰਾਉਣ ਦੀ ਜ਼ਰੂਰਤ ਨਹੀਂ ਹੈ। ਬਟ ਇਨ ਕੇਸ ਅਗਰ ਤੁਸੀਂ ਡਿਪਲੋਮਾ ਕੀਤਾ ਹੈ, ਲੈਟਸ ਸੇ ITI ਵਗੈਰਾ ਤੋਂ, ਜਿਹੜਾ ਸਾਲ ਦਾ ਜਾਂ 2 ਸਾਲ ਦਾ ਹੈ, ਉਸ ਕੇਸ ਦੇ ਵਿੱਚ ਤੁਹਾਨੂੰ 10th ਐਂਡ +2 ਵੀ ਕਰਵਾਉਣੀ ਪੈਂਦੀ ਹੈ, ਰਾਈਟ? ਪੋਸਟ ਸੈਕੰਡਰੀ ਕਰਵਾਉਣੀ ਪੈਂਦੀ ਹੈ, ਅਦਰਵਾਈਜ਼ ਨਹੀਂ ਜ਼ਰੂਰਤ ਹੁੰਦੀ। ਹੁਣ ਦੇਖੋ ਇਹਦੇ ਵਿੱਚ ਐਡ ਕ੍ਰੈਡੈਂਸ਼ੀਅਲ, ਤੁਸੀਂ ਹੁਣ ਕੰਟਰੀ ਆਫ ਐਜੂਕੇਸ਼ਨ ਇੰਡੀਆ ਚੂਜ਼ ਕਰੋਗੇ। If it was a university education, you will choose this one. Then which of these apply, masters or bachelors? So ਤੁਸੀਂ name of institute ਕਰੋਗੇ, let's take this one, Punjab University। ਹੁਣ masters in English, let's say। ਹੁਣ ਉਸ ਤੋਂ ਬਾਅਦ given name ਆਪਣਾ किसी ABC and then X by Z। बाद year awarded, क्योंकि मास्टर्स 2 साल ਦੀ ਹੁੰਦੀ ਹੈ, right? So use this one। Okay, then you can use 2012 to 2014, right? Real time update है, I'm not editing this video, ਜਿਵੇਂ ਬਣਾ ਰਹੀ ਹਾਂ, ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਜਾਂ ਕੁਝ ਵੀ ਜਿਹੜਾ ਤੁਸੀਂ ਫੇਸ ਕਰ ਸਕਦੇ ਹੋ ਉਵੇਂ ਲਾਈਵ ਹੈ, ਰਾਈਟ? ਹੁਣ ਅਗਰ ਤੁਸੀਂ ਇੱਕੋ ਹੀ ਕਰਵਾਣੀ ਹੈ, ਲੈਟ ਮੀ ਐਡ ਸਮਥਿੰਗ ਹੇਅਰ। ਹੁਣ ਜਿਹੜਾ ਕੁਐਸਚਨ ਮੈਨੂੰ ਪਰਸੋਂ ਆਇਆ ਸੀ, ਇਟ ਵਾਸ ਕਿ ਮੈਂ ਇਕੱਲੀ ਮਾਸਟਰਸ ਅਸੈਸ ਕਰਵਾਵਾਂ ਜਾਂ ਨਾਲ BA ਵੀ ਅਸੈਸ ਕਰਵਾਵਾਂ, ਰਾਈਟ? ਹੁਣ ਇਹਦੇ ਵਿੱਚ 2 ਕੇਸ ਹੈ। ਅਗਰ ਤੁਸੀਂ ਇਕੱਲੀ ਮਾਸਟਰਸ ਕਰਾਉਂਦੇ ਹੋ ਤਾਂ ਮਾਸਟਰਸ ਇਜ਼ ਰਿਗਾਰਡਡ ਐਜ਼ ਅ ਪੋਸਟ ਗ੍ਰੈਜੂਏਟ ਡਿਪਲੋਮਾ, ਜਿਹੜਾ 1 ਸਾਲ ਦਾ ਹੁੰਦਾ, ਰਾਈਟ? ਹੁਣ ਆਬਵੀਅਸਲੀ ਅਗਰ ਤੁਸੀਂ PR ਤੇ ਆਣਾ, ਤੁਹਾਡੀ ਐਜੂਕੇਸ਼ਨ ਦੇ ਪੁਆਇੰਟ ਹੈ, ਤੇ ਤੁਸੀਂ ਅਗਰ BA ਅਸੈਸ ਨਹੀਂ ਕਰਾਈ, ਸਿਰਫ ਇਹੀ ਕਰਾਈ ਹੈ, ਰਾਈਟ? ਤਾਂ ਇਹਦਾ ਕੀ ਮੰਨਿਆ ਜਾਏਗਾ ਕਿ 1 ਸਾਲ ਦਾ ਤੁਸੀਂ ਕੀਤਾ ਹੋਇਆ, ਤੇ ਤੁਸੀਂ ਸਿਰਫ you will be claiming for 1 diploma or degree, right? But ਅਗਰ ਤੁਸੀਂ ਨਾਲ BA ਵੀ ਅਸੈਸ ਕਰਾਉਂਦੇ ਹੋ ਤਾਂ ਤੁਹਾਡਾ ਮੰਨ ਜਾਂਦਾ 2 or more degrees and diplomas, out of which 1 is a 4-year degree। ਹੁਣ BA ਹੈ ਜਿਹੜੀ ਇੰਡੀਆ ਦੀ, ਉਹ ਕੈਨੇਡਾ ਦੀ 4 year ਦੀ ਸਟੱਡੀ ਦੇ ਬਰਾਬਰ ਹੈ, ਬਟ ਅਨਫੋਰਚੂਨੇਟਲੀ MA is a post graduate diploma, ਇਸ ਕਰਕੇ ਥੋੜੇ ਪੁਆਇੰਟਸ ਘੱਟ ਜਾਣਗੇ ਅਗਰ ਤੁਸੀਂ ਇਕੱਲਾ MA ਲਓਗੇ। ਸੋ ਇਟ ਇਜ਼ ਇੰਪੋਰਟੈਂਟ ਕਿ ਤੁਸੀਂ MA BA ਕਰਾਓ, ਤੇ ਅਗਰ MA ਤੋਂ ਬਾਅਦ ਵੀ ਕੋਈ ਐਜੂਕੇਸ਼ਨ ਹੈ, ਜਿਵੇਂ ਮੇਰੀ MPhil ਸੀ ਤਾਂ ਮੈਂ MPhil ਕਰਾਈ ਸੀ, ਤੇ MPhil ਵਾਸ ਰਿਗਾਰਡਡ ਐਜ਼ equivalent to master's degree in Canada, ਤਾਂ ਉਹਦੇ ਤੁਹਾਨੂੰ ਹੋਰ ਪੁਆਇੰਟਸ ਮਿਲ ਜਾਂਦੇ ਆ। ਤਾਂ ਕੋਸ਼ਿਸ਼ ਕਰੋ ਕਿ +2 ਤੋਂ ਬਾਅਦ ਤੁਹਾਡੀਆਂ ਜਿੰਨੀਆਂ ਵੀ ਡਿਗਰੀਜ਼ ਹੈ ਤੁਸੀਂ ਸਾਰੀਆਂ ਅਸੈਸ ਕਰਾਓ, ਰਾਈਟ? ਕਿਉਂਕਿ ਅਗਰ ਆਪਾਂ ਪੈਸੇ ਲਗਾ ਹੀ ਰਹੇ ਹਾਂ ਤਾਂ ਇਟ ਡਜ਼ਨਟ ਮੈਟਰ ਕਿ ਅਗਰ 2-3 ਹਜ਼ਾਰ ਜ਼ਿਆਦਾ ਵੀ ਲੱਗ ਜਾਂਦਾ, ਬਟ ਅਲਟੀਮੇਟਲੀ ਯੂ ਆਰ ਗੇਨਿੰਗ ਸਮ ਮੋਰ ਪੁਆਇੰਟਸ ਬੇਸਡ ਔਨ ਦੈਟ। ਅਗਰ ਹੁਣ ਤੁਸੀਂ ਇੱਥੇ ਐਡ ਅਨਦਰ ਕ੍ਰੈਡੈਂਸ਼ੀਅਲ ਕਰੋਗੇ ਤਾਂ BA +2 ਦੀ ਅਗਰ ਤੁਹਾਨੂੰ ਰਿਕੁਆਇਰਮੈਂਟ ਹੈ ਜਾਂ ਹੋਰ ਕੋਈ ਐਜੂਕੇਸ਼ਨ ਹੈ ਉਹ ਤੁਸੀਂ ਐਡ ਕਰ ਸਕਦੇ ਹੋ, ਅਦਰਵਾਈਜ਼ ਯੂ ਵਿਲ ਗੋ ਟੂ ਨੈਕਸਟ। ਹੁਣ ਜਦੋਂ ਆਪਾਂ ਨੈਕਸਟ ਤੇ ਜਾਂਦੇ ਆ, ਇਹ ਤੁਹਾਡੀ ਐਡਰੈਸ ਹੈ ਜਿਹੜਾ ਭਰਿਆ ਹੋਇਆ ਉਹ ਆ ਜਾਏਗਾ, ਪਲੱਸ ਸਿੱਧਾ ਦੱਸ ਦਿੰਦੇ ਆ ਉਹ ਕਿ ਤੁਹਾਡੀ ਇੱਕ ਰਿਪੋਰਟ ਹੈ ਜਿਹੜੀ IRCC ਕੋਲ ਜਾਊਗੀ। ਅਗਰ ਤੁਸੀਂ ਚਾਹੁੰਦੇ ਹੋ ਕਿ ਕੋਈ ਹੋਰ ਵੀ ਏਜੰਸੀ ਤੁਹਾਡੀ ਰਿਪੋਰਟ ਲਵੇ ਤਾਂ ਤੁਸੀਂ ਉਹਨਾਂ ਦਾ ਐਡਰੈਸ ਐਡ ਰੈਸੀਪੀਐਂਟ 'ਚ ਪਾ ਸਕਦੇ ਹੋ, ਅਦਰਵਾਈਜ਼ ਤੁਹਾਡੇ ਐਡਰੈਸ ਤੇ ਤੁਹਾਨੂੰ ਪਹੁੰਚ ਜਾਏਗਾ। ਔਰ ਇਹ PDF ਹੈ ਜਿਹੜੀ ਉਹ ਨਾਲ ਦੀ ਨਾਲ ਮਿਲ ਜਾਂਦੀ ਹੈ ਤੁਹਾਨੂੰ, ਤਾਂ ਇਨ ਕੇਸ ਅਗਰ ਮੇਲ ਮਿਸ ਵੀ ਹੋ ਜਾਏ, ਯੂ ਹੈਵ ਦ PDF ਵਿਦ ਯੂ। ਓਕੇ, ਹੁਣ ਪ੍ਰੋਸੈਸਿੰਗ ਟਾਈਮ ਬਾਰੇ ਦੱਸਿਆ ਹੋਇਆ 35 ਬਿਜ਼ਨਸ ਡੇ ਆਫਟਰ ਰਿਸੀਟ, ਰਾਈਟ? ਜਦੋਂ ਉਹਨਾਂ ਨੂੰ ਮਿਲ ਜਾਂਦੇ ਆ ਉਦੋਂ ਬਾਅਦ ਉਹ 35 ਦਿਨ ਲੈਂਦੇ ਆ। ਪਹਿਲਾਂ ਇਹ ਟਾਈਮ 15 ਦਿਨ ਦਾ ਹੁੰਦਾ ਸੀ, ਬਟ ਮੇਬੀ ਇਟਸ ਡਿਊ ਟੂ ਕੋਵਿਡ ਜਾਂ ਉਹਨਾਂ ਕੋਲ ਜ਼ਿਆਦਾ ਰਸ਼ ਹੋਣ ਲੱਗ ਗਿਆ ਵੈਸੇ ਵੀ ਐਪਲੀਕੇਸ਼ਨਸ। ਹੁਣ
ਟੋਟਲ ਜਿਹੜੀ ਇਹਦੀ ਅਮਾਊਂਟ ਹੈ $220 ਹੈ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਦੇ ਟੈਕਸਸ ਪੈਣਗੇ ਹਜੇ। ਨੈਕਸਟ ਇਜ਼ ਦ ਡਿਲੀਵਰੀ ਚਾਰਜ ਆਫ ਕੋਰਸ, ਤਾਂ ਦੇਖ ਲੈਣੇ ਕਿੰਨਾ ਹੁਣ। $220 would be equivalent to 11,000 Indian rupees if we say that Canadian dollars is equivalent to 50 rupees, okay, ਤਾਂ 11,000 ਬਣੂਗਾ। ਉਸ ਤੋਂ ਬਾਅਦ you need to choose international courier mail ਲੈਣੀ ਹੈ ਜਾਂ standard Canadian post ਲੈਣੀ ਹੈ। Canadian post ਦੇ $10 ਹੈ, international ਦੇ 85 ਹੈ। now we know ਕਿ ਇੰਡੀਅਨ ਪੋਸਟ ਤੇ ਆਪਾਂ ਜ਼ਿਆਦਾਤਰ ਟਰਸਟ ਨਹੀਂ ਕਰਦੇ, ਤਾਂ ਯੂਜੂਅਲੀ ਪੀਪਲ ਚੂਜ਼ ਇੰਟਰਨੈਸ਼ਨਲ ਜਿਹਦੇ $85 ਥੋੜੇ ਅਲੱਗ ਹੋ ਜਾਂਦੇ ਆ। ਨਾਓ ਲੈਟ ਮੀ ਮੇਕ ਦ ਟੋਟਲ ਆਫ ਇਟ। ਹੁਣ ਇਸ ਐਡਰੈਸ ਤੇ ਤੁਸੀਂ ਭੇਜਣੀਆਂ ਨੇ ਜੀ ਆਪਣੀਆਂ, ਰਾਈਟ। ਹੁਣ ਉਹ ਦੱਸ ਰਹੇ ਕਿ ਤੁਸੀਂ ਕੀ ਕੁਝ ਕਰਨਾ ਹੈ। ਹੁਣ ਇੰਪੋਰਟੈਂਟ ਇਨਫੋਰਮੇਸ਼ਨ ਕੀ ਹੈ ਕਿ ਤੁਹਾਡੀ ਯੂਨੀਵਰਸਿਟੀ ਡਾਇਰੈਕਟਲੀ ਭੇਜੂਗੀ, ਤੇ ਇਹ ਜਿਹੜੀ ਹੈ ਜਿਵੇਂ ਇਹਨਾਂ ਨੇ ਦੱਸਿਆ ਹੋਇਆ ਹੈ ਕਿ ਜਿਹੜੇ ਮੈਡੀਕਲ ਸਿਸਟਮਸ ਹੈ ਅਸੀਂ ਉਹਨਾਂ ਦੀ ਨਹੀਂ ਕਰਵਾਉਂਦੇ, ਹਨਾ। ਤੇ ਫਿਰ ਫॉर ਐਪਲੀਕੈਂਟ ਸਬਮਿਟਿੰਗ ਐਨ ਇੰਡੀਅਨ ਮਾਸਟਰਸ ਡਿਗਰੀ ਔਰ ਪੋਸਟ ਗ੍ਰੈਜੂਏਟ ਡਿਪਲੋਮਾ ਫॉर ਇਵੈਲੂਏਸ਼ਨ ਯੂ ਮਸਟ ਪ੍ਰੋਵਾਈਡ ਯੋਰ ਬੈਚਲਰਸ ਡਿਗਰੀ ਡਾਕੂਮੈਂਟਸ। ਦੇਖਿਆ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਉਹਨਾਂ ਨੇ ਇਹੀ ਕਿਹਾ ਕਿ ਬੈਚਲਰ ਡਿਗਰੀ ਵੀ ਤੁਸੀਂ ਨਾਲ ਦਿਓ, ਬਿਕੋਜ਼ ਦੇ ਨੀਡ ਟੂ ਸੀ ਕਿ ਤੁਹਾਡੀ ਬੈਚਲਰ ਕਿੰਨੇ ਸਾਲ ਦੀ ਹੈ ਤੇ ਉਹਦੀ ਇੰਡੀਆ ਦੇ ਵਿੱਚ ਕੀ ਵੈਲਿਊ ਹੈ, ਰਾਈਟ। The only exceptions where your bachelor's degree documents are not required are Masters of Education, Master of Engineering, Master of Philosophy and Master of Technology. ਹੁਣ ਮੇਰੇ ਕੇਸ ਦੇ ਵਿੱਚ even I have MPhil, but ਜਦੋਂ ਮੈਂ ਵੈਸ ਕਰਵਾਣੀ ਸੀ ਉਦੋਂ MPhil ਦੀ ਡਿਗਰੀ ਨਹੀਂ ਸੀ ਮੇਰੇ ਕੋਲ, so I could not use that. ਇਸ ਕਰਕੇ ਮੈਂ MA ਤੇ BA ਦੋਨੋਂ ਦੀ ਕਰਾਈ ਸੀ, and I was lucky enough ਕਿ ਮੈਨੂੰ ਉਸੇ ਸਕੋਰ ਤੇ ਹੀ PR ਦਾ ਇਨਵਾਈਟ ਆ ਗਿਆ ਸੀ, ਰਾਈਟ। ਨਹੀਂ ਤਾਂ I would have waited for another month or so ਕਿ ਜਦੋਂ ਮੇਰੇ ਕੋਲ MPhil ਦੀ ਡਿਗਰੀ ਆਵੇ ਮੈਂ ਫੇਰ ਲਗਾਵਾਂ ਤੇ ਫੇਰ ਅਗਰ ਪੁਆਇੰਟਸ ਵੱਧਦੇ ਤਾਂ ਆ ਜਾਣਗੇ। ਬਟ when I got the PR, the score was 441 draw, and with masters like MA my score was 454, and with MPhil it was 484. तो अगर मैंने 454 ਤੇ ਨਾ ਆਂਦਾ ਤਾਂ ਮੈਨੂੰ MPhil ਦੀ ਵੇਟ ਕਰਨੀ ਪੈਣੀ ਸੀ, but I got lucky ਕਿ ਉਹ draw ਘੱਟ ਚੱਲ ਰਹੀ ਸੀ and I got the PR, right? So list of documents to send to WES. ਹੁਣ ਇਹਦੇ ਵਿੱਚ ਡਾਕੂਮੈਂਟਸ ਦੇ ਦੇਣਗੇ ਕਿ ਤੁਸੀਂ ਡਿਗਰੀ ਭੇਜਣੀ ਹੈ, ਤੁਸੀਂ ਖੁਦ ਵੀ ਅਪਲੋਡ ਕਰ ਸਕਦੇ ਹੋ, ਬਟ ਇਟ ਸ਼ੁੱਡ ਬੀ ਕਲੀਅਰ ਮਾਈ ਅਕਾਊਂਟ ਸੈਕਸ਼ਨ ਦੇ ਵਿੱਚੋਂ। ਅਦਰਵਾਈਜ਼ ਸਟੇਟਮੈਂਟ ਆਫ ਮਾਰਕਸ, DNC ਜਿਹਨੂੰ ਆਪਾਂ ਕਹਿੰਦੇ ਡਿਟੇਲਡ ਮਾਰਕਸ ਕਾਰਡ, ਰਾਈਟ, ਉਹ ਸਾਰਾ ਥੋੜੀ ਯੂਨੀਵਰਸਿਟੀ ਨੂੰ ਤੁਸੀਂ ਪਹਿਲਾਂ ਦਵੋਗੇ ਫੋਟੋ ਕਾਪੀਜ਼, ਉਹ ਸਟੈਂਪ ਕਰਕੇ ਸੀਲਡ ਪੈਕੇਜ ਕੈਨੇਡਾ ਭੇਜਣਗੇ। ਕਿੱਥੇ ਭੇਜਣਾ ਉਹਨਾਂ ਨੇ? ਦਿਸ ਇਜ਼ ਦੀ ਐਡਰੈਸ, ਰਾਈਟ, ਦਿਸ ਇਜ਼ ਦੀ ਐਡਰੈਸ। ਇੱਥੇ ਰੈਫਰੈਂਸ ਨੰਬਰ ਉੱਪਰ ਲਿਖਣਾ ਬਹੁਤ ਜ਼ਰੂਰੀ ਹੈ, ਜਿਹੜਾ ਤੁਹਾਨੂੰ ਪੇਮੈਂਟ ਕਰਨ ਤੋਂ ਬਾਅਦ ਆਏਗਾ। Now see this, WES only accepts document issued, attested and sealed by the designated official at the institution that conducted the examination. For example, अगर तुसी DAV college लुधियाना तो कोर्स किया है, आई एम नॉट श्योर DAV college लुधियाना है या नहीं, it was just a random example. अगर तुसी उत्थों कोई कोर्स किया तो तुसी DAV college नहीं जाओगे, पंजाब यूनिवर्सिटी जाओगे if it is affiliated to that university, ठीक है जी। कंट्रोलर ऑफ एग्जामिनेशन या रजिस्ट्रार ਦੇ ਆਫਿਸ ਜਾਣਾ ਹੈ ਤੇ ਉੱਥੇ ਜਾ ਕੇ ਹੀ ਤੁਹਾਨੂੰ ਮਿਲਣਗੇ ਨੋਟਰਾਈਜ਼ਡ। ਹੁਣ ਅਗਲਾ ਸਟੈਪ ਹੈ ਕਿ ਸਾਰੀ ਇੱਕ ਵਾਰੀ ਇਨਫੋਰਮੇਸ਼ਨ ਆਪਾਂ ਕਨਫਰਮ ਕਰਨੀ ਹੁੰਦੀ ਹੈ that all of it is true। ਟੋਟਲ ਹੁਣ ਤੁਹਾਡਾ ਬਣ ਗਿਆ $305। ਹੁਣ ਲੈਟ ਮੀ open the calculator and give you an estimate. 305, so 305, and if it's equal to 50 then it's around $15,250। ਇਹ ਸਿਰਫ ਵੈਸ ਦਾ ਖਰਚਾ ਹੈ। ਤੁਸੀਂ ਅਗਰ ਆਪਣੀ ਕਾਲਜ ਜਾਣਦੇ ਹੋ ਉਹਨਾਂ ਦੀ ਅਲੱਗ ਫੀਸ ਹੈ, ਰਾਈਟ। ਹੁਣ ਇਸ ਤੋਂ ਬਾਅਦ ਤੁਸੀਂ ਨੈਕਸਟ ਕਰੋਗੇ I agree to submit the document as required, I authorize WES, I certify information I have read received। ਉਸ ਤੋਂ ਬਾਅਦ ਤੁਸੀਂ ਨੈਕਸਟ ਕਰੋਗੇ ਤੇ ਤੁਸੀਂ ਕਨਫਰਮ ਕਰੋਗੇ ਕਿ ਇਹ ਮੇਰੀਆਂ ਹੀ ਡਿਟੇਲਸ ਐਂਡ ਇਟਸ ਆਲ ਰਾਈਟ। ਓਕੇ, ਨਾਓ ਹਾਰਮੋਨਾਈਜ਼ਡ ਟੈਕਸ ਦੀ ਹੁਣ ਨਾ ਇੱਕ ਆਪਸ਼ਨ ਹੁੰਦੀ ਹੈ ਕਿ ਅਗਰ ਤੁਸੀਂ ਰੈਜ਼ੀਡੈਂਟ ਨਹੀਂ ਹੋ ਕੈਨੇਡਾ ਦੇ ਤਾਂ ਉਹਦੇ ਵਿੱਚ ਆਈ ਥਿੰਕ ਯੂ ਵਿਲ ਬੀ ਐਗਜ਼ੈਂਪਟਡ ਫਰਮ ਹਾਰਮੋਨਾਈਜ਼ਡ ਟੈਕਸ, ਤੇ ਉਹਦੇ ਵਿੱਚ ਤੁਹਾਨੂੰ ਹਾਰਮੋਨਾਈਜ਼ਡ ਟੈਕਸ ਨਹੀਂ ਦੇਣਾ ਪਏਗਾ। ਦੇਖਿਆ ਇੱਥੇ, ਜੇ ਤੁਸੀਂ ਕਹਿੰਦੇ ਕਿ ਮੈਂ ਹਾਂ ਤਾਂ 15-20% ਐਕਸਟਰਾ ਲੱਗ ਜਾਣਾ ਸੀ ਤੇ ਉਹਦੀ ਅਮਾਊਂਟ ਹੋਰ ਵੱਧ ਜਾਣੀ ਸੀ, ਰਾਈਟ। ਸੋ ਇਟਸ ਵੈਰੀ ਇੰਪੋਰਟੈਂਟ। It's important for people in Canada as well. अगर तुसी कह रहे हो कि I am not a resident of Canada, तुसी study permit or temporary resident, I think still you can get rid of this HST। उस बाद तुसी बस credit card choose करना है, submit कर देना है।
क्रेडिट कार्ड करो, डेबिट करो, या ICICI बैंक है आई थिंक, वो भी कर देंगे हैं चलान दे थ्रू। And then you will be giving the details and they will give you a reference number, 6-7 letters ਦਾ ਹੁੰਦਾ reference number, and then you can use it। ਤੇ ਉਸ ਤੋਂ ਬਾਅਦ ਤੁਸੀਂ now ਹੁਣ after that ਜਦੋਂ ਤੁਹਾਨੂੰ reference number ਆ ਗਿਆ ਫੀਸ ਭਰਨ ਤੋਂ ਬਾਅਦ ਇਹਨਾਂ ਦੀ, what you will do is you will consult your university now। For instance, if you have done your masters from Punjab University, ਤੁਸੀਂ ਉਸ university ਜਾਓਗੇ admin block, right, and ask them कि मैं transcripts करवानियां ने, I have to send it to West। ਉਹਨਾਂ ਨੂੰ ਪਤਾ ਹੀ ਹੈ by the time you reach there, every university, every college knows about the system क्योंकि इतनी ज़्यादा immigration हो रही है, right, उन्हें पता है, and they will guide you through। उन्होंने अपनी charges होंगे हैं, plus they charge you per document। For instance, अगर एक DMC है तो बिल्कुल 500 rupees लेंदी है शायद पंजाब यूनिवर्सिटी, I'm not sure जो 100 change हो गया होगा, right, and PTU takes I believe 200 or 250, and LPU I think flat charge है 3000 rupees, right। So ਇਹ ਹੈਗਾ LPU and PTU have an online portal, ਤੁਸੀਂ online ਜਾ ਕੇ ਕਰ ਸਕਦੇ ਹੋ। COVID-19 ਤੋਂ ਪਹਿਲਾਂ ਵੀ online ਸੀ, but ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, you have to take your passport and everything, ਤੇ ਉਹ ਫੇਰ ਹੀ ਕਰਦੇ ਆ। I am not sure ਅਗਰ ਹੁਣ COVID ਕਰਕੇ ਉਹਨਾਂ ਨੇ online process ਕਰਤਾ ਹੋਵੇ ਤਾਂ, but otherwise ਉੱਥੇ ਉਹਨਾਂ ਦਾ ਸਾਰਾ offline ਹੀ ਸੀ। You needed to go there personally, sign the documents and everything। ਕੋਈ ਹੋਰ ਵੀ ਤੁਹਾਡੇ behalf ਤੇ ਕਰ ਸਕਦਾ obviously, but avoid ਕਰੋ ਕਿ ਨਾ ਦੱਸੋ ਮੇਰਾ ਨਹੀਂ ਹੈ, ਕਿਉਂਕਿ ਉਹ ਫਿਰ ਨਹੀਂ ਕਰਨਗੇ, right। And still I think it is clear। ਹੁਣ ਜਦੋਂ ਕੀ ਹੋਏਗਾ, ਤੁਸੀਂ ਉੱਥੇ ਸਬਮਿਟ ਕਰਤਾ, ਫਾਰਮ ਦੇ ਦੋਗੇ, ਟ੍ਰਾਂਸਕ੍ਰਿਪਟ ਫਾਰਮ ਉਹਨਾਂ ਨੂੰ, right, and then what are you supposed to do? You need to just wait ਕਿਉਂਕਿ ਯੂਨੀਵਰਸਿਟੀ ਹੀ ਹੁਣ ਕੰਮ ਕਰੇਗੀ। ਜਦੋਂ ਮੈਂ ਕਰਵਾਇਆ ਸੀ it was allowed ਕਿ ਯੂਨੀਵਰਸਿਟੀ ਮੈਨੂੰ ਪੈਕੇਜ ਦੇ ਦੇ sealed and I can get it couriered on my behalf from a private courier company, but ਹੁਣ ਯੂਨੀਵਰਸਿਟੀ is supposed to send, ਤਾਂ ਤੁਸੀਂ ਉਹਨਾਂ ਨੂੰ courier ਫੀਸ ਵੀ ਦੇਣੀ ਹੈ, ਟ੍ਰਾਂਸਕ੍ਰਿਪਟ ਦੀ ਫੀਸ ਵੀ ਦੇਣੀ ਹੈ, ਸਾਰਾ ਕੁਝ, and then West will notify you ਜਦੋਂ ਉਹਨਾਂ ਕੋਲ Canada documents ਆ ਜਾਣਗੇ, and after that when they get the documents they will take 35 more days, right। ਤਾਂ ਤੁਸੀਂ 2 ਮਹੀਨੇ ਐਟਲੀਸਟ ਲਗਾ ਕੇ ਚੱਲੋ that it is a process। and if you are thinking to come to Canada on a permanent basis, or if you are thinking to apply, there is no harm doing it right now क्योंकि सब तो ज़्यादा time लेंदा है once your IELTS is clear, and why waste time क्योंकि 5 साल ही valid है, right। If you think this video was something that might be of help to you or to anyone that you know of, please don't hesitate to share, like and subscribe my channel। ਇਹ ਜਿਹੜੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਵਾਂਗੇ ਫਿਊਚਰ ਦੇ ਵਿੱਚ, ਤੇ ਤੁਹਾਨੂੰ ਜੇ ਲੱਗਦਾ ਹੈ ਕਿ ਕਿਸੇ ਦੇ ਕੰਮ ਆ ਸਕਦੀ ਹੈ ਵੀਡੀਓ, ਪਲੀਜ਼ ਸ਼ੇਅਰ ਇਟ ਵਿਦ them। ਕੋਈ ਅਗਰ ਤੁਹਾਡਾ ਨੋਨ ਵੈਸਟ ਕਰਵਾਉਣਾ ਚਾਹ ਰਿਹਾ, I think there is nothing better than helping each other in these difficult times। Stay tuned, take care, bye bye।